श्री वाहिगुरु साहिब जी। गोपाल तेरा आरता, जो जन तुमरी भगत करन ते, तिनके काज सवारता। दाल सिंधा मंगू कियो, हमरा खुशी करे नित जियो। पनिया शादन निका, अनार मंगो सत सीका। गऊ भैंस मंगो लवेरी, इक ताजन तुरी चंगेरी। घर की गीहन चंगी, जन धन्ना देवै मंगी। सुख होटल गुर सेविया, अहन सै सुभाय। दर्शन परसै गुरु कै, जन्म मरण दुख जाय। होवै सिफत खसम दी, नूर अरसों कुरसों चढ़ियै। तुझ डिठे सच्चे पातशाह, मल जन्म जन्म दी कटीऐ। सतनाम श्री वाहिगुरु साहिब जी। तनासरी भगत रविदास जी की। एक ओंकार सतगुर प्रसाद। हम सर दीन दयाल न तुम सर, अब पतियार क्या कीदै। बचनी तोर मोर मन मानै, जन को पूर्ण दीजै। हम सर दीन दयाल न तुम सर, अब पतियार क्या कीजै। बचनी तोर मोर मन मानै, जन को पूर्ण दीजै। हाँ बल बल जाओ रमैया कारने, कारण कमन अबोल रहा। बहुत जन्म बिसरे थे माधो, यो जन्म तुम्हारे देखे। कह रविदास आस लग जीवो, चिर पयो दर्शन देखे। बहुत जन्म बिसरे थे माधो, यह जन्म तुम्हारे लिखे। कह रविदास आस लग जीवो, चिर पयो दर्शन देखे। वाहिगुरू जी का खालसा, वाहिगुरू जी की फतेह। ये जो पावन पवित्र बोल आप जी ने श्रवण कीते हैं, हुक्मनामे के रूप दे विच धन धन साहिब श्री गुरु रामदास पातशाह जी के पावन पवित्र दरबार तो, सचखंड श्री हरमंदिर साहिब तो अज का पावन पवित्र हुक्मनामा 694 अंग ते शोभायमान है। भगत रविदास जी की बाणी जो आप जी ने हुक्मनामा श्रवण किया है, जो भगत जी सानू जन सुधारण जीवां नूं समझाउण दा यतन कर रहे हैं। शब्द दीआं पंक्तियां दे नाल जुड़न दा यतन करिए जी। धनासरी भगत रविदास जी की। धनासरी राग दे विच भगत रविदास जी की पावन पवित्र बाणी उचारण की हुई है। एक ओंकार सतगुर प्रसाद। वो अकाल पुरख एक है ते गुरु की बख्शिश के नाल उसकी प्राप्ति होती है, वरना उसकी प्राप्ति नहीं हो सकती जितनी देर तक असी उसकी बख्शिश की पात्र नहीं बनते। बख्शिश की पात्र बनने वास्ते
ਉਸ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰੀਏ, ਬਖਸ਼ਿਸ਼ ਸਤਿਗੁਰੂ ਕਰੇਗਾ। ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਵਾਹਿਗੁਰੂ ਜੀ, ਮੇਰੇ ਵਰਗਾ ਨਿਮਾਣਾ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਕਹਿੰਦੇ ਹੁਣ ਮੇਰਾ ਤੁਸੀਂ ਪਤਿਆਵਾ ਕੀ ਨਹੀਂ ਦੇ। ਮੈਂ ਨਿਮਾਣਾ ਹਾਂ, ਮੈਂ ਗਰੀਬ ਹਾਂ, ਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਪਿਆਰੇ, ਅਰਦਾਸ ਇਸੇ ਤਰੀਕੇ ਨਾਲ ਹੀ ਕੀਤੀ ਜਾ ਸਕਦੀ ਹੈ। ਨਿਤਾਣੇ ਬਣ ਕੇ, ਨਿਮਾਣੇ ਬਣ ਕੇ ਜਦੋਂ ਆਵਾਂਗੇ ਗੁਰੂ ਦੇ ਦਰ ਦੇ ਉੱਤੇ, ਫਿਰ ਝੋਲੀਆਂ ਭਰ ਕੇ ਲੈ ਜਾਵਾਂਗੇ। ਪਿਆਰੇ, ਇੱਕ ਪਰਿਵਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਆਪ ਜੀ ਨੂੰ ਜੋੜਨ ਦਾ ਯਤਨ ਕਰਾਂਗਾ। ਪਰਿਵਾਰ ਜਿਨ੍ਹਾਂ ਦੀ ਇੱਕ ਬੱਚੀ, ਕਹਿੰਦੇ ਉਸਦਾ ਜਿੱਥੇ ਵੀ ਰਿਸ਼ਤਾ ਕਰਦੇ ਨੇ, ਅੱਜ ਪਿਆਰੇ, ਅੱਜ ਦੇ ਸਮੇਂ ਦੇ ਵਿੱਚ ਇਹ ਬਹੁਤ ਬੱਚਿਆਂ ਦੇ ਰਿਸ਼ਤੇ ਵਾਸਤੇ ਔਖਿਆਈ ਹਰ ਇੱਕ ਨੂੰ ਆ ਰਹੀ ਹੈ। ਤੇ ਕਹਿੰਦੇ ਇਹ ਪਰਿਵਾਰ ਬਹੁਤ ਦੁਖੀ ਹੋਇਆ ਪਿਆ। ਬੱਚੀ ਦਾ ਰਿਸ਼ਤਾ ਜਿੱਥੇ ਕਿਤੇ ਹੁੰਦਾ ਆ, ਸਿਰੇ ਨਹੀਂ ਚੜ੍ਹਦਾ, ਟੁੱਟ ਜਾਂਦਾ ਹੈ। ਹਿੰਦੂ ਪਰਿਵਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਆਏ, ਅਰਦਾਸ ਬੇਨਤੀ ਕੀਤੀ ਹੈ ਮਾਲਕ ਦੇ ਚਰਨਾਂ ਦੇ ਵਿੱਚ। ਗ੍ਰੰਥੀ ਸਾਹਿਬਾਨਾਂ ਨੂੰ ਅਰਦਾਸ ਵਾਸਤੇ ਆਖਿਆ। ਜਦੋਂ ਅਰਦਾਸ ਬੇਨਤੀ ਕੀਤੀ, ਇਹ ਕਹਿੰਦੀ ਇਹ ਤੇ ਸਾਨੂੰ ਭਰੋਸਾ ਹੈ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਦਰ ਤੋਂ ਜੋ ਵੀ ਮੰਗੀਏ ਉਹੀ ਮਿਲ ਜਾਂਦਾ। ਜੋ ਮੰਗਿਆ ਸੋ ਲੇਵੈ, ਪ੍ਰਭ ਆਪਣਿਆਂ ਸੰਤਾਂ ਦੇਵੈ। ਜੋ ਮੰਗੀ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਇਹ ਨਾਲ ਸਾਨੂੰ ਕੋਈ ਹੋਰ ਵੀ ਦੱਸੋ ਜਿਹੜਾ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਰਹੀਏ, ਮਾਲਕ ਦੇ ਚਰਨਾਂ ਦੇ ਵਿੱਚ। ਇਹ ਪਿਆਰੇ ਭਾਈ ਸਾਹਿਬ ਆਖਣ ਲੱਗੇ ਕਿ ਤੁਸੀਂ ਜਿੱਥੇ ਅਰਦਾਸ ਬੇਨਤੀ ਕੀਤੀ ਹੈ, ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਵਾਈ ਹੈ, ਤੇ ਨਾਲ ਮੂਲ ਮੰਤਰ ਦਾ ਜਾਪ ਕਰਿਆ ਕਰੋ। ਮੂਲ ਮੰਤਰ ਦਾ ਜਾਪ ਕਰਿਆ ਕਰੋ, ਬਹੁਤਾ ਨਹੀਂ, 2.5 ਘੰਟੇ ਮੂਲ ਮੰਤਰ ਦਾ ਜਾਪ ਕਰੋ। ਆਪਣਾ ਨਿਤਨੇਮ ਤੇ ਕਰਨਾ ਹੈ ਤੇ ਨਾਲ ਮੂਲ ਮੰਤਰ ਦਾ ਜਾਪ ਵੀ ਕਰੋ। ਮੂਲ ਮੰਤਰ ਦਾ ਜਾਪ ਕਹਿੰਦੇ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਵਾਹਿਗੁਰੂ ਬਖਸ਼ਿਸ਼ ਕਿਤਨੀ ਕਰਦਾ ਹੈ, ਕਿਤਨੀ ਨੇੜਤਾ ਪ੍ਰਾਪਤ ਹੋ ਜਾਂਦੀ ਹੈ ਉਸ ਵਾਹਿਗੁਰੂ ਦੀ। ਕਹਿੰਦੇ ਮੂਲ ਮੰਤਰ ਕਰਨ ਦੀ ਦੇਰ ਸੀ, ਹਾਲੀ 10 ਦਿਨ ਹੋਏ ਤੇ ਬੱਚੀ ਨੂੰ ਬਹੁਤ ਸੁੰਦਰ ਵਰ ਮਿਲ ਗਿਆ। 10 ਦਿਨਾਂ ਦੇ ਅੰਦਰ ਜਿਸ ਵੇਲੇ ਵਿਆਹ ਕਰਕੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਆਏ, ਤੇ ਉਹੀ ਭਾਈ ਸਾਹਿਬ ਨੂੰ ਆ ਕੇ ਮਿਲੇ। ਉਹ ਵੇਖ ਕੇ ਹੈਰਾਨ, ਕਹਿੰਦੇ ਇਹ ਵਿਆਹ ਹੋ ਗਿਆ ਤੁਹਾਡੀ ਬੱਚੀ ਦਾ ਵਿਆਹ ਹੋ ਗਿਆ। ਕਹਿੰਦੇ ਹਾਂ, ਗੁਰੂ ਰਾਮਦਾਸ ਪਾਤਸ਼ਾਹ ਜੀਆਂ ਨੇ ਬਖਸ਼ਿਸ਼ ਕਰ ਦਿੱਤੀ ਹੈ, ਰਹਿਮਤ ਕਰ ਦਿੱਤੀ। ਹਾਲੀ ਤੇ 10 ਦਿਨ ਹੀ ਹੋਏ ਨੇ। ਮੂਲ ਮੰਤਰ ਦਾ ਜਾਪ ਕਰਦੇ ਹਾਂ ਜੁੜ ਕਰਕੇ ਪਿਆਰੇ। ਜਦੋਂ ਉਸ ਵਾਹਿਗੁਰੂ ਦੇ ਨਾਲ ਕੋਈ ਵੀ ਬਾਣੀ ਦਾ ਜਾਪ ਕੀਤਾ ਜਾਵੇ, ਭਾਵੇਂ ਜਪਜੀ ਸਾਹਿਬ ਦਾ ਜਾਪ ਕਰ ਲਵੋ, ਗੁਰਮੰਤਰ ਦਾ ਜਾਪ ਕਰ ਲਵੋ, ਜਾਪ ਸਾਹਿਬ ਦਾ ਜਾਪ ਕਰ ਲਵੋ, ਕੋਈ ਵੀ ਬਾਣੀ ਦਾ ਜਾਪ ਕਰ ਲਵੋ, ਮਾਲਕ ਬਖਸ਼ਿਸ਼ ਕਰੇਗਾ, ਰਹਿਮਤ ਜ਼ਰੂਰ ਕਰੇਗਾ। ਕਹਿੰਦੇ ਹੁਣ ਇੱਕ ਗੱਲ ਦਾ ਖਿਆਲ ਰੱਖਣਾ, ਇਹ ਨਾ ਹੋਵੇ ਕਿ ਆਮ ਇਹ ਗੱਲ ਹੁੰਦੀ ਹੈ, ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੇ ਨਾਹੀਂ ਮਰਨ ਵਿਚਾਰਾ। ਜਦੋਂ ਦਾਤਾਂ ਮਿਲ ਜਾਂਦੀਆਂ ਵਾਹਿਗੁਰੂ ਦੇ ਦਰ ਤੋਂ, ਤੇ ਮਨੁੱਖ ਕਈ ਵਾਰੀ ਟੁੱਟ ਜਾਂਦਾ ਹੈ, ਦਾਤੇ ਦੇ ਨਾਲੋਂ ਟੁੱਟ ਜਾਂਦਾ ਹੈ। ਦਾਤੇ ਦੇ ਨਾਲ ਜੁੜ ਕੇ ਰਹੋ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦੇ ਨਾਲ ਜੁੜ ਕੇ ਰਹੋ, ਤੇ ਬਖਸ਼ਿਸ਼ਾਂ ਦੀ ਪਾਤਰ ਝੋਲੀਆਂ ਤੁਹਾਡੀਆਂ ਇਸੇ ਤਰ੍ਹਾਂ ਹੀ ਭਰਦੀਆਂ ਰਹਿਣਗੀਆਂ। ਜਦੋਂ ਪਿਆਰਿਓ ਸਾਰੇ ਹੀਲੇ ਵਸੀਲੇ ਟੁੱਟ ਜਾਂਦੇ ਨੇ, ਜਦੋਂ ਕੋਈ ਹੀਲਾ ਵਸੀਲਾ ਨਹੀਂ ਰਹਿ ਜਾਂਦਾ, ਕੋਈ ਬਿਮਾਰੀ ਹੋਵੇ, ਜਦੋਂ ਡਾਕਟਰ ਜਵਾਬ ਦੇ ਦਿੰਦੇ ਨੇ, ਇਹ ਡਾਕਟਰਾਂ ਦੇ ਡਾਕਟਰ ਬੈਠੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ,
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਅਰਦਾਸ ਬੇਨਤੀ ਕਰੀਏ ਪੂਰਨ ਭਰੋਸੇ ਦੇ ਨਾਲ ਤੇ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ ਹੈ। ਜੀਓ ਦਾਨ ਵੀ ਬਖਸ਼ਿਸ਼ ਕਰ ਦਿੰਦੇ ਨੇ। ਜਿੱਥੇ ਦੁਨੀਆ ਦੇ ਸੁੱਖ ਪਿਆਰਿਓ ਪ੍ਰਦਾਨ ਕਰਦੇ ਨੇ, ਉੱਥੇ ਨਾਲ ਜ਼ਿੰਦਗੀ ਵੀ ਬਖਸ਼ ਦਿੰਦੇ ਨੇ। ਬਖਸ਼ਿਸ਼ ਇਤਨੀ ਕਰਦੇ ਨੇ, ਰਹਿਮਤ ਇਤਨੀ ਕਰ ਦਿੰਦੇ ਨੇ। ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਸਲਾਰਦੀਨ ਆਇਆ ਤੇ ਸਲਾਰਦੀਨ ਦੇ ਮਨ ਦੇ ਵਿੱਚ ਇਹ ਵੇਖ ਰਿਹਾ ਪਿਆਰਿਓ ਹੈ ਗੁਰੂ ਚਰਨਾਂ ਦੇ ਨਾਲ ਇਹ ਜੁੜਿਆ ਹੋਇਆ ਸੀ। ਕਾਜੀ ਸਲਾਰਦੀਨ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਹਨ। ਸੰਗਤਾਂ ਆ ਰਹੀਆਂ ਨੇ ਤੇ ਸੰਗਤਾਂ ਕਿਸੇ ਦੀ ਮੰਗ ਹੈ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀ, ਸਤਿਗੁਰੂ ਜੀ ਸਾਡੇ ਘਰ ਦੇ ਵਿੱਚ ਪੁੱਤਰ ਹੋਵੇ। ਸਤਿਗੁਰੂ ਕਹਿੰਦੀ ਬਖਸ਼ਿਸ਼ ਹੋ ਜਾਵੇ। ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜ ਕੇ ਰਹੋ। ਕੋਈ ਦੁਨੀਆ ਦੇ ਸੁੱਖ ਮੰਗ ਰਿਹਾ ਤੇ ਮੇਰੇ ਸਤਿਗੁਰੂ ਕਹਿ ਰਹੇ ਬਖਸ਼ਿਸ਼ ਹੋ ਜਾਵੇਗੀ। ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੁੜ ਕੇ ਰਹੋ, ਬਾਣੀ ਦਾ ਜਾਪ ਕਰੋ, ਮਾਲਕ ਸਾਰੀਆਂ ਹੀ ਬਖਸ਼ਿਸ਼ਾਂ ਕਰ ਦੇਵੇਗਾ। ਕੋਈ ਆਉਂਦਾ ਹੈ ਬੱਚੀ ਦੇ ਵਰ ਵਾਸਤੇ, ਕੋਈ ਬੱਚੇ ਦੇ ਵਰ ਵਾਸਤੇ, ਜਿਤਨੇ ਆਉਂਦੇ ਨੇ ਸਾਰਿਆਂ ਦੀਆਂ ਮੁਰਾਦਾਂ ਮੇਰੇ ਧੰਨ ਗੁਰੂ ਕਲਗੀਧਰ ਮਹਾਰਾਜ ਪੂਰੀਆਂ ਕਰੀ ਜਾ ਰਹੇ ਨੇ, ਸਾਰਿਆਂ ਦੀ ਬਖਸ਼ਿਸ਼ਾਂ ਕਰੀ ਜਾ ਰਹੇ। ਹੁਣ ਕਾਜੀ ਸਲਾਰਦੀਨ ਜਿਹੜਾ ਸੀ ਇਹਦੇ ਮਨ ਦੇ ਵਿੱਚ ਇੱਕ ਤੌਖਲਾ, ਕਹਿੰਦੀ ਮਹਾਰਾਜ ਮੈਂ ਬਾਣੀ ਵੀ ਪੜ੍ਹਦਾ ਹਾਂ, ਮੈਂ ਗੁਰੂ ਨਾਨਕ ਦੀ ਬਾਣੀ ਨੂੰ ਵਾਚਦਾ ਹਾਂ, ਪੜ੍ਹਦਾ ਹਾਂ ਤੇ ਇਹ ਬੋਲ ਮੈਂ ਆਪ ਕਹਿੰਦੀ ਬਾਣੀ ਦੇ ਵਿੱਚੋਂ ਪੜ੍ਹਿਆ ਹੈ। ਜਿਹਦਾ ਲਿਖਿਆ ਹੋਇਆ ਲੇਖ ਨਾ ਮਿਟਈ ਹੇਤ ਸਖੀ, ਜੋ ਲਿਖਿਆ ਕਰਤਾਰ ਐ ਧੰਨ ਗੁਰੂ ਕਲਗੀਧਰ ਮਹਾਰਾਜ। ਮੈਂ ਕੋਈ ਕ੍ਰਿਟੀਸਾਈਜ਼ ਨਹੀਂ ਕਰ ਰਿਹਾ, ਮੈਂ ਕੇਵਲ ਇਹ ਪੁੱਛਣਾ ਚਾਹੁੰਦਾ ਕਿ ਰੱਬ ਇੱਕ ਹੈ ਕਿ ਹੋਰ ਵੀ? ਰੱਬ ਇੱਕ ਹੀ ਹੈ ਨਾ? ਕਹਿੰਦੇ ਰੱਬ ਤੇ ਇੱਕ ਹੀ ਹੈ। ਮੁਸਲਮਾਨ ਧਰਮ ਵੀ ਇੱਕ ਹੀ ਮੰਨਦਾ ਹੈ, ਸਿੱਖ ਧਰਮ ਵੀ ਪਰਮੇਸ਼ਰ ਇੱਕ ਨੂੰ ਹੀ ਮੰਨਦਾ ਹੈ। ਇੱਕ ਦੀ ਧੁਰੀ ਪਿਆਰਿਓ, ਇੱਕ ਦੇ ਦੁਆਲੇ ਸਾਰੀ ਬਾਣੀ ਘੁੰਮਦੀ ਹੈ। ਉਹ ਅਕਾਲ ਪੁਰਖ ਇੱਕ ਹੈ। ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਬਿਲਕੁਲ ਉਹ ਪਰਮੇਸ਼ਰ ਇੱਕ ਹੈ। ਫਿਰ ਮਹਾਰਾਜ ਤੁਸੀਂ ਤੁਹਾਡੀ ਹੀ ਸਤਿਗੁਰਾਂ ਦੀ ਬਾਣੀ ਦੇ ਵਿੱਚ ਇਹ ਲਿਖਿਆ ਹੋਇਆ ਲੇਖ ਨਾ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਜੋ ਲੇਖ ਲਿਖੇ ਹੋਏ ਨੇ ਉਹ ਮਿਟਦੇ ਕੋਈ ਨਹੀਂ, ਉਹ ਬਦਲਦੇ ਕੋਈ ਨਹੀਂ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਸਲਾਰਦੀਨ ਉਹ ਵੀ ਠੀਕ ਹੈ ਆਪਣੀ ਥਾਂ ਤੇ। ਜੋ ਲਿਖਿਆ ਗੁਰਬਾਣੀ ਦੇ ਵਿੱਚ ਬਿਲਕੁਲ ਸੱਚ ਹੈ, ਉਹ ਲੇਖ ਨਹੀਂ ਬਦਲਦੇ, ਉਸੇ ਤਰ੍ਹਾਂ ਹੀ ਰਹਿੰਦੇ ਨੇ। ਪਰ ਜਦੋਂ ਗੁਰੂ ਪੀਰ ਦੀ ਨਿਗਾਹ ਪੈ ਜਾਂਦੀ ਹੈ ਉਹ ਲੇਖ ਬਦਲ ਹੋ ਜਾਂਦੇ ਨੇ। ਗੁਰੂ ਪੀਰ ਦੀ ਨਿਗਾਹ ਦੇ ਵਿੱਚ ਇਤਨੀ ਬਖਸ਼ਿਸ਼ ਹੈ, ਜੇਕਰ ਉਹਨਾਂ ਦੀ ਨਜ਼ਰ ਹੋ ਜਾਵੇ, ਨਜ਼ਰ ਕੋ ਪੱਠੀ ਜੇ ਕਰੇ ਸੁਲਤਾਨਾ, ਕਾਹੋ ਕਰਾਏਗਾ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਸਤਿਗੁਰ ਨਜ਼ਰ ਕਰੇ ਨਿਮਖ ਏਕ ਹਰਿ ਨਾਮ ਦੇ, ਮੇਰਾ ਮਨ ਤਨ ਸੀਤਲ ਹੋਏ। ਤੇ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਉਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਇੱਕ ਸਾਖੀ ਕਾਜੀ ਸਲਾਰਦੀਨ ਜੀਆਂ ਦੇ ਸਾਹਮਣੇ ਉਹਨਾਂ ਨੂੰ ਆਖਿਆ ਕਿ ਸਰਵਣ ਕਰੋ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਮਰਦਾਨਾ ਤੁਰੇ ਜਾ ਰਹੇ ਨੇ ਤੇ ਤੁਰੇ ਜਾਂਦੇ ਇੱਕ ਪਿੰਡ ਦੇ ਵਿੱਚ ਪਹੁੰਚੇ। ਇਹ ਪਿੰਡ ਪਿਆਰਿਓ ਕੀ ਇਹਨਾਂ ਦਾ ਕੰਮ ਸੀ? ਸਾਰੇ ਹੀ ਲੁਟੇਰੇ, ਚੋਰ, ਡਾਕੂ। ਇਸ ਪਿੰਡ ਦੇ ਵਿੱਚ ਜਿਸ ਵੇਲੇ ਪਹੁੰਚੇ, ਜਿਹੜਾ ਵੀ ਇਸ ਪਿੰਡ ਦੇ ਵਿੱਚ ਆਉਂਦਾ ਉਸੇ ਨੂੰ ਲੁੱਟ ਲੈਂਦੇ ਨੇ, ਮਾਰ ਕੇ ਸੁੱਟ ਦਿੰਦੇ ਨੇ, ਸਮਾਨ ਲੁੱਟ ਲੈਂਦੇ ਨੇ। ਇਹਨਾਂ ਦਾ ਕੰਮ ਇਹੀ ਹੋਇਆ। ਤੇ ਜਿਸ ਵੇਲੇ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਚਿਹਰਾ ਵੇਖਿਆ ਤਗਮਗ ਕਰਦਾ, ਭਾਈ ਮਰਦਾਨਾ ਨਾਲ ਰਬਾਬ ਚੁੱਕੀ ਹੋਈ, ਤੇ ਮਨ ਦੇ ਵਿੱਚ ਸੋਚਿਆ ਇਹ ਤੇ ਕੋਈ ਬਹੁਤ ਵੱਡੀ ਸਾਮੀ ਹੈ, ਇਹਦੀ ਕੋਈ ਬਹੁਤ ਵੱਡੀ ਸਾਮੀ ਹੈ। ਇਹਨਾਂ ਦੇ ਕੋਲੋਂ ਮਾਲ ਬਹੁਤ ਹੋਵੇਗਾ, ਇਹਨਾਂ ਦੇ ਚਿਹਰੇ ਦਾ ਨੂਰ ਇਤਨਾ ਹੈ, ਇਹਨਾਂ ਦੇ ਕੋਲ ਤੇ ਬਹੁਤ ਮਾਲ ਹੋਵੇਗਾ। ਹੁਣ ਜਿਹੜੇ ਠੱਗ, ਚੋਰ, ਲੁਟੇਰੇ ਪਿੰਡ ਦੇ ਵਿੱਚ ਲੈ ਗਏ ਤੇ ਬੜੀ ਸੇਵਾ ਕੀਤੀ ਆਪਣੇ ਵੱਲੋਂ। ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਮਰਦਾਨੇ ਨੂੰ ਆਖਿਆ ਰਬਾਬ ਸ਼ੇਰ ਬਾਣੀ ਆਈ
ਕੀਰਤਨ ਕਰ ਰਹੇ ਨੇ ਪਿਆਰਿਓ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕੀਰਤਨ ਕਰ ਰਹੇ ਨੇ। ਇਹ ਸਾਰੇ ਸੌਂਗੇ, ਇਹ ਸਾਰੇ ਸੌਂਗੇ ਮਹਾਰਾਜ, ਅਸੀਂ ਤਾਂ ਕੀਰਤਨ ਕਰ ਰਹੇ ਹਾਂ। ਅੰਮ੍ਰਿਤ ਵੇਲਾ ਅਸੀਂ ਤਾਂ ਕੀਰਤਨ ਕਰ ਰਹੇ ਹਾਂ ਤੇ ਇਹ ਸਾਰੇ ਸੁੱਤੇ ਹੋਏ ਨੇ। ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਰਦਾਨਿਆ, ਇਹ ਪਾਮਰ ਨੇ, ਇਹ ਚੋਰ ਨੇ, ਇਹ ਠੱਗ ਨੇ, ਇਹ ਵਿਸ਼ੇ ਵਿਕਾਰਾਂ ਵਾਲੇ ਲੋਕ ਨੇ। ਇਹਨਾਂ ਨੂੰ ਇਸ ਵੇਲੇ ਹੀ ਨੀਂਦ ਆਉਂਦੀ ਹੈ। ਰਾਤੀ ਤੇ ਇਹ ਲੇਟ ਤੱਕ ਸੌਂਦੇ ਕੋਈ ਨਹੀਂ, ਕਿਉਂਕਿ ਇਹ ਦਾ ਮਾਰਦੇ ਨੇ ਕੋਈ ਨਾ ਕੋਈ। ਇਹ ਸੋਚਦੇ ਰਹਿੰਦੇ ਨੇ ਕਿਹੜਾ ਦਾ ਮਾਰਨਾ, ਫਿਰ ਦਿਨੇ ਇਹਨਾਂ ਨੂੰ ਨੀਂਦ ਜਾਗ ਕੋਈ ਨਹੀਂ ਆਉਂਦੀ। ਇਸੇ ਤਰ੍ਹਾਂ ਹੀ ਸੁੱਤੇ ਰਹਿੰਦੇ ਨੇ। ਇਹ ਨਾ ਬਾਣੀ ਸੁਣਦੇ ਨੇ ਤੇ ਨਾ ਬਾਣੀ ਪੜ੍ਹਦੇ ਨੇ। ਇਹਨਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੀ ਬਣਿਆ ਹੋਇਆ। ਸਤਿਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਅੰਮ੍ਰਿਤ ਵੇਲੇ ਬਾਣੀ ਦਾ ਕੀਰਤਨ ਆਲਾਪਿਆ, ਸਮਾਪਤੀ ਕੀਤੀ, ਤੁਰ ਪਏ ਉੱਥੋਂ। ਹੁਣ ਜਦੋਂ ਉੱਥੋਂ ਤੁਰ ਪਏ ਨੇ, ਸਤਿਗੁਰੂ ਨਾਨਕ ਪਾਤਸ਼ਾਹ ਮਰਦਾਨਾ ਬਾਲਾ ਨਾਲ ਤੁਰੇ ਜਾ ਰਹੇ ਨੇ ਤੇ ਇਹਨਾਂ ਚੋਰਾਂ ਨੇ ਜਦੋਂ ਜਾਗ ਖੁੱਲੀ, ਵੇਖਦੇ ਨੇ ਕਿ ਅਸੀਂ ਤੇ 2 ਬੜੀਆਂ 3 ਮਾਲਦਾਰ ਸਾਮੀਆਂ ਲੈ ਕੇ ਆਏ ਸੀ। ਉਹ ਕਹਿੰਦੇ ਪਤਾ ਨਹੀਂ ਕਿੱਧਰ ਭੱਜ ਗਏ ਨੇ। ਉਸੇ ਵੇਲੇ ਜਿਹੜੇ ਉਹਨਾਂ ਦੇ ਵਿੱਚੋਂ ਨੌਜਵਾਨ ਸੀ ਭੱਜੇ। ਕਹਿੰਦੇ 5-6 ਵੀਰ ਤੱਕ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਮਗਰ ਭੱਜੇ ਗਏ। ਕਹਿੰਦੇ ਰੁਕ ਜਾਓ। ਹੱਥਾਂ ਦੇ ਵਿੱਚ ਇਹਨਾਂ ਨੇ ਡਾਂਗਾਂ ਫੜੀਆਂ ਹੋਈਆਂ, ਗੰਡਾਸੇ ਫੜੇ ਹੋਏ ਨੇ। ਕਹਿੰਦੇ ਤੁਸੀਂ ਜਾ ਨਹੀਂ ਸਕਦੇ ਕਿਧਰੇ ਵੀ, ਅਸੀਂ ਤੁਹਾਨੂੰ ਜਾਣ ਨਹੀਂ ਦੇਵਾਂਗੇ ਕਿਧਰੇ ਵੀ, ਤੁਸੀਂ ਕਿਧਰੇ ਨਹੀਂ ਜਾ ਸਕਦੇ। ਅਸੀਂ ਤੁਹਾਡੀ ਟਹਿਲ ਸੇਵਾ ਕੀਤੀ, ਅਸੀਂ ਹਾਂ ਡਾਕੂ, ਅਸੀਂ ਲੁਟੇਰੇ, ਅਸੀਂ ਚੋਰ, ਅਸੀਂ ਤੁਹਾਨੂੰ ਮਾਰ ਦੇਵਾਂਗੇ। ਸਤਿਗੁਰੂ ਨਾਨਕ ਪਾਤਸ਼ਾਹ ਕਹਿੰਦੇ ਠੀਕ ਹੈ, ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ, ਅਸੀਂ ਤੁਹਾਡੀ ਗੱਲ ਮੰਨ ਲੈਂਦੇ ਹਾਂ। ਜੋ ਕੁਝ ਸਾਡੇ ਕੋਲ ਹੈ ਤੁਸੀਂ ਲੈ ਲਵੋ, ਕੋਈ ਗੱਲ ਨਹੀਂ, ਲੈ ਲਵੋ, ਬੇਸ਼ੱਕ ਸਾਨੂੰ ਮਾਰ ਵੀ ਦੇਵੋ। ਕਹਿੰਦੇ ਆਹ ਵੇਖੋ ਲੱਕੜਾਂ ਇੱਥੇ ਪਈਆਂ ਹੋਈਆਂ, ਲੱਕੜਾਂ ਦਾ ਢੇਰ ਇੱਥੇ ਪਿਆ ਹੋਇਆ ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡੇ ਸਰੀਰ ਰੁਲਦੇ ਨਾ ਰਹਿਣ, ਇਹਨਾਂ ਦਾ ਸੰਸਕਾਰ ਕਰ ਦਿਓ। ਕਹਿੰਦੇ ਪਹਿਲਾਂ ਤੁਸੀਂ ਅੱਗ ਲੈ ਕੇ ਆਓ। ਕਹਿੰਦੇ ਅੱਗ ਕਿੱਥੋਂ ਲੈ ਕੇ ਆਈਏ, ਅੱਗ ਕਿੱਥੋਂ ਲੈ ਕੇ ਆਈ? ਇਹ ਚੋਰ ਆਖਣ ਲੱਗੇ ਅੱਗ ਦੇ ਕਿਧਰੇ ਲਾਗੇ ਚਾਗੇ ਹੈ ਕੋਈ ਨਹੀਂ। ਕਹਿੰਦੇ ਤੁਸੀਂ ਸਾਰੇ ਨਾ ਜਾਓ, ਆਓ ਵੇਖੋ ਸਾਹਮਣੇ। ਕਹਿੰਦੇ ਇੱਕ ਚਿਖਾ ਬਲ ਰਹੀ ਹੈ, ਆ ਬਾਕੀ ਸਾਡੇ ਕੋਲ ਰਹਿ ਜਾਓ, ਕਿਧਰੇ ਨਹੀਂ ਅਸੀਂ ਭੱਜਦੇ। ਜੇ ਤੁਹਾਨੂੰ ਯਕੀਨ ਨਹੀਂ, ਬੇਸ਼ੱਕ ਸਾਨੂੰ ਬੰਨ੍ਹ ਲਓ। 1-2 ਜਾਣੇ ਜਾਓ ਤੇ ਜਾ ਕਰਕੇ ਉਹ ਸਾਹਮਣੇ ਕਹਿੰਦੇ ਚਿਖਾ ਬਲ ਰਹੀ ਆ, ਉਸ ਦੇ ਵਿੱਚੋਂ ਅੱਗ ਲੈ ਆਓ ਤੇ ਸਾਡਾ ਸੰਸਕਾਰ ਜ਼ਰੂਰ ਕਰ ਦਿਓ। ਮਾਰ ਸਾਨੂੰ ਬੇਸ਼ੱਕ ਦਿਓ, ਸਮਾਨ ਲੈ ਲਵੋ ਸਾਡੇ ਕੋਲ ਜੋ ਕੁਝ ਵੀ ਹੈਗਾ, ਪਰ ਸਾਡਾ ਸੰਸਕਾਰ ਜ਼ਰੂਰ ਕਰ ਦੇਣਾ, ਕਿਉਂਕਿ ਸਾਡਾ ਸਰੀਰ ਨਾ ਰੁਲੇ, ਸਰੀਰ ਨਾ ਸਾਡਾ ਰੁਲਦਾ ਰਹੇ। ਹੁਣ ਇਹਨਾਂ ਨੇ ਸੋਚਿਆ ਗੱਲ ਤੇ ਠੀਕ ਹੈ, ਸੰਸਕਾਰ ਇਹਨਾਂ ਦਾ ਹੋ ਜਾਵੇਗਾ, ਫੌਜਖੁਰਾ ਵੀ ਮਿਟ ਜਾਵੇਗਾ, ਇਹ ਤਾਂ ਚੰਗੀ ਗੱਲ ਕਹਿ ਰਹੇ ਨੇ, ਕੋਈ ਮਾੜੀ ਗੱਲ ਨਹੀਂ। ਕਹਿੰਦੇ ਠੀਕ ਹੈ। ਇਹ ਜਿਹੜੀ ਠੱਗ ਸਨ, ਚੋਰ ਸਨ ਪਿਆਰੇ, ਜਿਸ ਵੇਲੇ ਉਹ ਚਿਖਾ ਵਾਲੇ ਪਾਸੇ ਗਏ ਜਿੱਥੋਂ ਅੱਗ ਲੈਣੀ ਸੀ, ਉੱਥੇ ਧਰਮਰਾਜ ਦੇ ਦੂਤ ਜਿਹੜੇ ਨੇ ਉਹ ਕਹਿ ਰਹੇ ਨੇ ਇਹ ਪਾਪੀ ਮਨੁੱਖ ਸੀ, ਇਸ ਨੂੰ ਅਸੀਂ ਸਜ਼ਾ ਦੇਵਾਂਗੇ, ਇਸ ਨੇ ਧਰਮ ਕਰਮ ਦਾ ਕੰਮ ਕੋਈ ਨਹੀਂ ਕੀਤਾ, ਇਸ ਨੂੰ ਅਸੀਂ ਸਜ਼ਾ ਦੇਵਾਂਗੇ, ਇਸ ਨੂੰ ਲਿਜਾਵਾਂਗੇ ਧਰਮਰਾਜ ਦੀ ਕਚਹਿਰੀ ਤੇ ਇਹਦਾ ਲੇਖਾ ਜੋਖਾ ਹੋਵੇਗਾ, ਲੇਖਾ ਜੋਖਾ ਹੋਵੇਗਾ। ਦੂਸਰੇ ਪਾਸੇ ਕੀ ਵੇਖਦੇ ਨੇ ਪਿਆਰੇ ਫਰਿਸ਼ਤੇ, ਫਰਿਸ਼ਤੇ ਬੇਬਾਨ ਲੈ ਕੇ ਆਏ ਹੋਏ ਨੇ, ਫਰਿਸ਼ਤੇ ਬੇਬਾਨ ਲੈ ਕੇ ਆਏ ਹੋਏ। ਉਹ ਕਹਿੰਦੇ ਨਹੀਂ, ਇਹ ਪ੍ਰਾਣੀ ਨੂੰ ਅਸੀਂ ਲਿਜਾਵਾਂਗੇ, ਤੁਸੀਂ ਦੁਸ਼ਟੋ ਇਸ ਦੇ ਲਾਗੇ ਨਹੀਂ ਆ ਸਕਦੇ। ਦੂਤਾਂ ਨੂੰ ਆਖਿਆ ਤੁਸੀਂ ਇਹਨਾਂ ਦੇ ਲਾਗੇ ਨਹੀਂ ਆ ਸਕਦੇ। ਕਹਿੰਦੇ ਕਿਉਂ ਨਹੀਂ ਲਾਗੇ ਆ ਸਕਦੇ? ਕਹਿੰਦੇ ਅਸੀਂ ਇਹਨਾਂ ਨੂੰ ਲੈਣ ਵਾਸਤੇ ਆਏ ਹਾਂ, ਬੇਬਾਨ ਤੇ ਲੈ ਕੇ ਜਾਵਾਂਗੇ, ਬੇਬਾਨ ਤੇ ਲੈ ਕੇ ਜਾਵਾਂਗੇ। ਇਹ ਸਾਰਾ ਕੁਝ ਇਹ ਚੋਰ ਵੇਖ ਰਹੇ ਨੇ, ਇਹ ਸਾਰਾ ਕੁਝ ਵੇਖ ਰਹੇ ਨੇ। ਜਿਸ ਵੇਲੇ ਵੇਖਦਿਆਂ ਇਹਨਾਂ ਨੇ ਪੁੱਛਿਆ, ਜਿਹੜੇ ਫਰਿਸ਼ਤੇ ਆਏ ਸੀ, ਕਹਿੰਦੇ ਤੁਸੀਂ ਕੌਣ ਹੋ? ਪਹਿਲਾਂ ਤੇ ਇੱਥੇ ਕੋਈ ਨਹੀਂ ਸੀ, ਫਿਰ ਅਸੀਂ ਵੇਖਿਆ ਕਿ ਧਰਮਰਾਜ ਦੇ ਦੂਤ ਜਿਹੜੇ ਬੜੇ ਡਰਾਉਣੇ ਸਨ, ਤੇ ਆਹ ਕਹਿੰਦੇ ਤੁਹਾਨੂੰ ਅਸੀਂ ਵੇਖਿਆ। ਜਿਹੜੇ ਫਰਿਸ਼ਤੇ ਬੜੇ ਸੁੰਦਰ, ਇਤਨੇ ਸੁੰਦਰ ਬੇਬਾਨ ਲੈ ਕੇ ਆਏ, ਕਹਿੰਦੇ ਅਸੀਂ ਫਰਿਸ਼ਤੇ ਹਾਂ, ਅਸੀਂ ਇਸ ਜੀਵ ਰੂਪ ਆਤਮਾ ਨੂੰ ਲੈਣ ਵਾਸਤੇ ਆਏ ਹਾਂ, ਬੇਬਾਨ ਦੇ ਵਿੱਚ ਲੈ ਕੇ ਜਾਵਾਂਗੇ।
ਕਹਿੰਦੇ ਪਹਿਲਾਂ ਇਸ ਦੇ ਪਾਪ ਕਰਮ ਸੀ ਬਹੁਤ, ਪਾਪ ਕਰਮ ਇਸ ਦੇ ਬਹੁਤ ਸੀ ਤੇ ਇਸ ਨੂੰ ਦੂਤ ਲੈਣ ਵਾਸਤੇ ਆਏ ਸਨ। ਇਸ ਦਾ ਹਿਸਾਬ ਕਿਤਾਬ ਬਹੁਤ ਲੰਬੀਰਾ ਸੀ, ਪਰ ਕਹਿੰਦੇ ਇਸ ਦਾ ਹਿਸਾਬ ਕਿਤਾਬ ਮੁੱਕ ਗਿਆ। ਕਹਿੰਦੇ ਕਿਵੇਂ ਮੁੱਕ ਗਿਆ? ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀਆਂ ਨੇ ਇਹਨਾਂ ਵੱਲ ਇਸ਼ਾਰਾ ਕਰ ਦਿੱਤਾ। ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇਹਨਾਂ ਵੱਲ ਇਸ਼ਾਰਾ ਕਰ ਦਿੱਤਾ। ਕਹਿੰਦੇ ਸਤਿਗੁਰੂ ਨਾਨਕ ਪਾਤਸ਼ਾਹ ਕਿੱਥੇ ਨੇ? ਕਹਿੰਦੇ ਉਹ ਜਿਨ੍ਹਾਂ ਨੂੰ ਤੁਸੀਂ ਮਾਰਨ ਵਾਸਤੇ ਅੱਗ ਲੈਣ ਵਾਸਤੇ ਆਏ, ਜਿਨ੍ਹਾਂ ਦੇ ਸੰਸਕਾਰ ਕਰਨ ਵਾਸਤੇ ਤੁਸੀਂ ਅੱਗ ਲੈਣ ਵਾਸਤੇ ਆਏ, ਜਿਨ੍ਹਾਂ ਨੂੰ ਤੁਸੀਂ ਮਾਰਨਾ ਚਾਹੁੰਦੇ ਹੋ ਉਹ ਗੁਰੂ ਨਾਨਕ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਆਪ ਨਾਰਾਇਣ ਕਲਾਧਾਰ ਜਗ ਮਹਿ ਪਰਵਰਿਓ, ਉਹ ਨਾਰਾਇਣ ਰੂਪ ਸਤਿਗੁਰੂ ਨਾਨਕ ਪਾਤਸ਼ਾਹ ਹਨ। ਕਹਿੰਦੇ ਜਿਨ੍ਹਾਂ ਦੇ ਉੱਤੇ ਉਹਨਾਂ ਦੀ ਨਿਗਾਹ ਪੈ ਜਾਂਦੀ ਹੈ ਪਿਆਰਿਓ, ਉਹਨਾਂ ਨੂੰ ਕਹਿੰਦੇ ਦੂਤ ਉਹਨਾਂ ਦੇ ਨੇੜੇ ਨਹੀਂ ਆ ਸਕਦੇ, ਦੂਤ ਉਹਨਾਂ ਦੇ ਨੇੜੇ ਤੇੜੇ ਨਹੀਂ ਆ ਸਕਦੇ ਤੇ ਉਹਨਾਂ ਨੂੰ ਵਿਬਾਨਾਂ ਦੇ ਵਿੱਚ ਲਿਆ ਜਾਇਆ ਜਾਂਦਾ ਹੈ। ਉਹ ਸਵਰਗ ਲੋਕ ਦੇ ਵਿੱਚ ਜਾਂਦੇ ਨੇ, ਉਹ ਗੁਰੂ ਮਹਾਰਾਜ ਦੀ ਪੁਰੀ ਦੇ ਵਿੱਚ ਜਾਂਦੇ ਨੇ, ਉਹ ਗੁਰੂ ਨਾਨਕ ਦੀ ਪੁਰੀ ਦੇ ਵਿੱਚ ਜਾਂਦੇ ਨੇ, ਜਿਹੜੇ ਵੀ ਮਾਲਕ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਦੇ ਉੱਤੇ ਮਿਹਰ ਦੀ ਨਿਗਾਹ ਹੋ ਜਾਂਦੀ ਹੈ। ਹੁਣ ਕਾਜੀ ਸਲਾਰਦੀਨ ਜਿਸ ਵੇਲੇ ਇਹ ਸਾਖੀ ਦੱਸੀ ਤੇ ਕਾਜੀ ਸਲਾਰਦੀਨ ਢਹਿ ਪਿਆ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਦੀ। ਇੱਕ ਸਾਖੀ ਪਿਆਰੀ ਹੋਰ ਵੀ ਨਾਲ ਆਉਂਦੀ ਹੈ। ਕਾਜੀ ਸਲਾਰਦੀਨ ਨੂੰ ਸਮਝਾਉਣ ਵਾਸਤੇ ਸਤਿਗੁਰਾਂ ਨੇ ਆਖਿਆ, ਕਾਜੀ ਸਾਹਿਬ ਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਲੇਖ ਬਦਲ ਜਾਂਦੇ ਨੇ। ਜਿਹੜੇ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਨਾ, ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ, ਤੇ ਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਇਹ ਲੇਖ ਇਸ ਤਰੀਕੇ ਦੇ ਨਾਲ ਬਦਲ ਜਾਂਦੇ ਨੇ। ਕਹਿੰਦੇ ਇੱਕ ਕੋਰਾ ਕਾਗਜ਼ ਲੈ ਕੇ ਆਓ, ਕੋਰਾ ਕਾਗਜ਼ ਲੈ ਕਰਕੇ ਉਸਨੇ ਆਂਦਾ ਕਾਜੀ ਸਲਾਰਦੀਨ ਨੇ, ਤੇ ਸਤਿਗੁਰੂ ਧੰਨ ਗੁਰੂ ਕਲਗੀਧਰ ਮਹਾਰਾਜ ਆਪਣੀ ਜਿਹੜੀ ਮੋਹਰ ਸੀ ਉਸ ਵੱਲ ਕਰਕੇ ਤੇ ਕਹਿੰਦੇ ਕਾਜੀ ਸਾਹਿਬ ਇਸ ਨੂੰ ਪੜ੍ਹੋ, ਇਸ ਦੇ ਉੱਤੇ ਕੀ ਲਿਖਿਆ ਹੋਇਆ? ਪੜ੍ਹਿਆ ਜਾਂਦਾ ਜੀ। ਕਹਿੰਦੇ ਮਹਾਰਾਜ ਇਹ ਜਿਹੜੇ ਲੇਖ ਨੇ ਮੇਰੇ ਵੱਲ ਪੁੱਠੇ ਦਿਖਾਈ ਦੇ ਰਹੇ ਨੇ, ਮੇਰੇ ਕੋਲ ਪੜ੍ਹੇ ਨਹੀਂ ਜਾਂਦੇ, ਮੈਂ ਇਹ ਪੜ੍ਹ ਨਹੀਂ ਸਕਦਾ, ਇਹ ਪੜ੍ਹ ਨਹੀਂ ਹੋ ਰਹੀ। ਸਤਿਗੁਰੂ ਧੰਨ ਗੁਰੂ ਕਲਗੀਧਰ ਮਹਾਰਾਜ ਜੀਆਂ ਨੇ ਪਿਆਰਿਓ ਕੋਈ ਉਹ ਮੋਹਰ ਜਿਹੜਾ ਪਲੇਨ ਕਾਗਜ਼ ਮੰਗਾਇਆ ਸੀ ਉਸ ਦੇ ਉੱਤੇ ਲਗਾ ਦਿੱਤੀ, ਉਸ ਦੇ ਉੱਤੇ ਲਗਾ ਦਿੱਤੀ। ਕਹਿੰਦੇ ਕਾਜੀ ਸਲਾਰਦੀਨ ਨੂੰ, ਸਲਾਰਦੀਨ ਹੁਣ ਵੇਖ ਆ ਕੀ ਲਿਖਿਆ ਹੋਇਆ? ਕਹਿੰਦੇ ਸਤਿਗੁਰੂ ਜੀ ਇਹ ਤੁਹਾਡੇ ਨਾਮ ਦੀ ਮੋਹਰ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵਾਂ ਪਾਤਸ਼ਾਹ ਤੁਹਾਡੇ ਨਾਮ ਦੀ ਮੋਹਰ ਹੈ, ਤੁਹਾਡੇ ਨਾਮ ਦੀ ਮੋਹਰ ਹੈ। ਕਹਿੰਦੇ ਕਾਜੀ ਸਾਹਿਬ ਜਿਵੇਂ ਤੁਹਾਨੂੰ ਆ ਮੋਹਰ ਦੇ ਵਿੱਚ ਪਹਿਲਾਂ ਲਫ਼ਜ਼ ਪੁੱਠੇ ਦਿਖਾਈ ਦੇ ਰਹੇ ਸਨ, ਪੁੱਠੇ ਦਿਖਾਈ ਦੇ ਰਹੇ ਸਨ, ਇਹ ਲਫ਼ਜ਼ ਪੁੱਠੇ ਸਨ ਤੁਹਾਨੂੰ ਦਿਖ ਰਹੇ। ਸਾਡੇ ਜਿਹੜੇ ਲੇਖ ਨੇ ਜਿਹੜੇ ਪੁੱਠੇ ਲਿਖੇ ਹੋਏ ਨੇ, ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਮੱਥਾ ਟੇਕਦੇ ਹਾਂ ਪਿਆਰਿਓ, ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਮੱਥਾ ਟੇਕਦੇ ਹਾਂ, ਨੱਕ ਰਗੜ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ, ਸਤਿਗੁਰੂ ਇਤਨੇ ਸਮਰੱਥ ਨੇ ਜਿਹੜੇ ਲੇਖ ਪੁੱਠੇ ਨੇ ਉਹਨਾਂ ਨੂੰ ਸਿੱਧਿਆਂ ਕਰ ਦਿੰਦੇ ਨੇ। ਪੁੱਠੇ ਲੇਖਾਂ ਨੂੰ ਮੇਰੇ ਮਾਲਕ ਬਖਸ਼ਿਸ਼ ਕਰਕੇ ਸਿੱਧੇ ਕਰ ਦਿੰਦੇ ਨੇ। ਜਿਹੜਾ ਵੀ ਗੁਰੂ ਦੇ ਚਰਨਾਂ ਦੇ ਵਿੱਚ ਆ ਕਰਕੇ ਅਰਦਾਸ ਬੇਨਤੀ ਕਰਦਾ ਹੈ, ਮਾਲਕ ਦੇ ਚਰਨਾਂ ਦੇ ਨਾਲ ਜੁੜ ਕਰਕੇ ਪਿਆਰਿਓ ਉਹਦੇ ਲੇਖ ਕਾਜੀ ਸਾਹਿਬ ਸਿੱਧੇ ਹੋ ਜਾਂਦੇ ਨੇ। ਇੱਥੇ ਭਗਤ ਰਵਿਦਾਸ ਜੀ ਜੋ ਬਖਸ਼ਿਸ਼ ਕਰ ਰਹੇ ਨੇ ਸ਼ਬਦ ਦੇ ਵਿੱਚ, ਹਮ ਸਰ ਦੀਨ ਦਇਆਲ ਨ ਤੁਮ ਸਰ, ਅਬ ਪਤਿਆਰ ਕਿਆ ਕੀਜੈ। ਮੇਰੇ ਵਰਗਾ ਗਰੀਬ ਕੋਈ ਨਹੀਂ, ਤੇਰੇ ਵਰਗਾ ਦਿਆਲੂ ਕੋਈ ਨਹੀਂ ਵਾਹਿਗੁਰੂ ਜੀ, ਅਬ ਪਤਿਆਰ ਕਿਆ ਕੀਜੈ। ਕਹਿੰਦੇ ਮੇਰਾ ਪਤਿਆਵਾ ਤੁਸੀਂ ਕੀ ਲੈਂਦੇ, ਮੇਰਾ ਪਤਿਆਵਾ ਤੁਸੀਂ ਕੀ ਲੈਂਦੇ? ਇਹ ਤੇ ਸਾਹਮਣੇ ਹੈ, ਤੁਸੀਂ ਬਹੁਤ ਵੱਡੇ ਦਿਆਲੂ ਤੇ ਮੈਂ ਬਹੁਤ ਵੱਡਾ ਗਰੀਬ, ਮੇਰਾ ਪਤਿਆਵਾ ਕੀ ਲੈਂਦੇ? ਬਚਨੇ ਤੋ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਤੁਹਾਡੇ ਬਚਨਾਂ ਤੇ ਮੈਨੂੰ ਯਕੀਨ ਆ ਜਾਵੇ, ਤੁਹਾਡੇ ਬਚਨਾਂ ਤੇ ਮੈਂ ਚੱਲ ਪਵਾਂ, ਮੈਨੂੰ ਪੂਰਨ ਪ੍ਰਤੀਤ ਆ ਜਾਵੇ। ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ। ਮੇਰੇ ਤੇ ਇਹ ਬਖਸ਼ਿਸ਼ ਕਰਦਾ।
ਮੇਰੇ ਤੇ ਇਹ ਰਹਿਮਤ ਕਰ ਦਿਓ। ਧੰਨ ਗੁਰੂ ਕਲਗੀਧਰ ਮਹਾਰਾਜ 10ਵੇਂ ਜਾਮੇ ਦੇ ਵਿੱਚ ਇਹੋ ਗੱਲ ਕਹਿ ਰਹੇ ਨੇ ਪਿਆਰਿਓ, ਜਾਗਤ ਜੋਤ ਜਪੈ ਨਿਸਬਾਸ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋ ਜਗੈ ਘਟ ਮੈਂ, ਤਬ ਖਾਲਸ ਤਾਹੇ ਨ ਖਾਲਸ ਜਾਨ। ਜਦੋਂ ਪੂਰਨ ਜੋਤ ਜਗ ਜਾਂਦੀ ਹੈ ਹਿਰਦੇ ਘਟ ਵਿੱਚ, ਜਦੋਂ ਉਸ ਮਾਲਕ ਦੇ ਚਰਨਾਂ ਦੇ ਨਾਲ ਲਿਵ ਜੁੜ ਜਾਂਦੀ ਹੈ, ਜਾਗਤ ਜੋਤ ਜਪੈ ਨਿਸਬਾਸ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਨਾਲ ਜੁੜ ਕਰਕੇ ਰਹੀਏ ਪਿਆਰਿਓ। ਆਸੇ ਪਾਸੇ ਭਟਕਣ ਦੀ ਲੋੜ ਕੋਈ ਨਹੀਂ, ਮਾਲਕ ਬਖਸ਼ਿਸ਼ ਇਤਨੀ ਕਰ ਦਿੰਦਾ ਹੈ, ਰਹਿਮਤ ਇਤਨੀ ਕਰਦਾ। ਅਰਦਾਸ ਕਰੀਏ ਭਗਤ ਜੀ ਜਿਵੇਂ ਸਾਨੂੰ ਵੱਲ ਸਮਝਾ ਰਹੇ ਨੇ, ਵਾਹਿਗੁਰੂ ਜੀ ਤੁਹਾਡੇ ਬਚਨਾਂ ਤੇ ਪ੍ਰਤੀਤ ਬਣ ਜਾਵੇ, ਤੁਹਾਡੇ ਬਚਨਾਂ ਤੇ ਮੈਨੂੰ ਯਕੀਨ ਬਣ ਜਾਵੇ। ਜਿਤਨੀ ਦੇਰ ਪਿਆਰਿਓ ਬਚਨਾਂ ਦੇ ਉੱਤੇ ਯਕੀਨ ਨਹੀਂ ਬਣਦਾ, ਉਤਨੀ ਦੇਰ ਤੱਕ ਬਾਤ ਨਹੀਂ ਬਣਦੀ। ਭਾਵੇਂ ਪਿਆਰਿਓ ਕੋਈ ਵੀ ਮਨੁੱਖ ਹੈ, ਇੱਕ ਮਨੁੱਖ ਕਹਿੰਦੇ ਜਿਹੜਾ ਚੋਰੀਆਂ ਕਰਨ ਵਾਲਾ, ਜਿਹੜਾ ਰੋਜ਼ ਹੀ ਚੋਰੀ ਕਰਦਾ ਸੀ, ਉਹਦਾ ਕੰਮ ਸੀ ਕਿ ਰੋਜ਼ ਚੋਰੀ ਕਰਨੀ ਕਰਨੀ ਹੈ, ਚੋਰੀ ਤੋਂ ਬਿਨਾਂ ਉਹ ਰਹਿ ਨਹੀਂ ਸੀ ਸਕਦਾ। ਤੇ ਇੱਕ ਦਿਨ ਕਹਿੰਦੇ ਚੋਰੀ ਕਰਨ ਵਾਸਤੇ ਗਿਆ। ਚੋਰੀ ਕਰਨ ਵਾਸਤੇ ਜਿਸ ਵੇਲੇ ਜਾਂਦਾ ਤੇ ਕੀ ਵੇਖਦਾ, ਸਤਸੰਗ ਹੋ ਰਿਹਾ ਇੱਕ ਘਰ ਦੇ ਵਿੱਚ, ਸਤਸੰਗ ਹੋ ਰਿਹਾ ਇੱਕ ਘਰ ਦੇ ਵਿੱਚ। ਤੇ ਮਨ ਦੇ ਵਿੱਚ ਸੋਚਿਆ, ਬੜੇ ਆਨੰਦਿਤ ਹੋ ਕੇ ਕਹਿੰਦੇ ਪੰਡਤ ਜੀ ਭਜਨ ਗਾ ਰਹੇ ਨੇ, ਬੜੇ ਆਨੰਦ ਦੇ ਵਿੱਚ ਲੱਗੇ ਹੋਏ ਨੇ, ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗਾ ਰਹੇ ਨੇ, ਤੇ ਕਾਫੀ ਲੋਕ ਮੁਗਧ ਹੋ ਕਰਕੇ ਬੈਠੇ ਨੇ। ਕਹਿੰਦੇ ਇੱਥੇ ਮੇਰਾ ਦਾ ਵਧੀਆ ਲੱਗੇਗਾ, ਇੱਥੇ ਮੇਰਾ ਦਾ ਵਧੀਆ ਲੱਗੇਗਾ, ਕਿਉਂਕਿ ਇੱਥੇ ਤੇ ਹੁਣ ਕੋਈ ਵੀ ਉੱਠ ਕੇ ਨਹੀਂ ਜਾਵੇਗਾ ਕਿਸੇ ਪਾਸੇ। ਇਸ ਚੋਰ ਨੇ ਕੀ ਕੀਤਾ, ਇਹਦੀ ਕੋਲ ਰੱਸਾ ਰੱਖਿਆ ਹੋਇਆ ਸੀ, ਮਗਰਲੇ ਪਾਸਿਓਂ ਦੀ ਦੀਵਾਰ ਦੇ ਦੂਸਰੇ ਪਾਸੇ ਰੱਸਾ ਸੁੱਟ ਕੇ ਰੱਸੇ ਦੇ ਨਾਲ ਚੜ੍ਹ ਕੇ ਤੇ ਇਹ ਘਰ ਦੇ ਵਿੱਚ ਦਾਖਲ ਹੋ ਗਿਆ। ਜਿਸ ਵੇਲੇ ਘਰ ਦੇ ਵਿੱਚ ਦਾਖਲ ਹੋ ਗਿਆ ਤੇ ਕੀ ਵੇਖਦਾ ਕਿ ਅੰਦਰ ਹਨੇਰਾ ਹੈ, ਅੰਦਰ ਹਨੇਰਾ, ਦਿਸ ਕੁਝ ਨਹੀਂ ਰਿਹਾ, ਦਿਸ ਕੁਝ ਨਹੀਂ ਰਿਹਾ। ਇਸ ਨੇ ਸੋਚਿਆ ਕਿ ਬਾਹਰ ਸਤਸੰਗ ਹੋ ਰਿਹਾ, ਬਰਾਂਡੇ ਦੇ ਵਿੱਚ ਸਤਸੰਗ ਹੋ ਰਿਹਾ, ਇਹ ਮਗਰਲੇ ਕਮਰੇ ਦੇ ਵਿੱਚ ਵੇਖ ਲਿਆ ਕਿ ਥੋੜੀ ਜਿਹੀ ਲਾਈਟ ਕਿਧਰੇ ਹੋਵੇ ਤੇ ਮੈਨੂੰ ਪਤਾ ਲੱਗੇ। ਇਸ ਨੇ ਥੋੜੀ ਜਿਹੀ ਵਿੰਡੋ ਖੋਲੀ, ਇੱਕ ਜਿਹੜੀ ਕਮਰੇ ਨੂੰ ਲੱਗੀ ਹੋਈ ਸੀ, ਉਸ ਵਿੰਡੋ ਨੂੰ ਖੋਲ ਕੇ ਵੇਖਿਆ, ਬਾਹਰੋਂ ਪ੍ਰਕਾਸ਼ ਤੇ ਆਉਣਾ ਸ਼ੁਰੂ ਹੋ ਗਿਆ, ਪ੍ਰਕਾਸ਼ ਤੇ ਆਉਣਾ ਸ਼ੁਰੂ ਹੋ ਗਿਆ। ਪਰ ਪੰਡਤ ਜੀ ਜੋ ਨਾਲ ਵਿਚਾਰ ਕਰ ਰਹੇ ਸਨ, ਭਜਨ ਗਾਉਂਦਿਆਂ ਗਾਉਂਦਿਆਂ, ਬਿੰਦਰਾ ਬਨ ਮਨ ਹਰਨ ਮਨੋਹਰ, ਕ੍ਰਿਸ਼ਨ ਚਰਾਵਤ ਗਾਉ ਰੇ, ਉਹਾਂ ਕਾ ਸਰੂਪ ਦੇਖ ਮੋਹੀ ਗਵਾਰਨ, ਮੋਕੋ ਛੋੜ ਨ ਆਹੂ ਨ ਜਾਹੂ ਰੇ, ਤੋਹੇ ਚਰਨ ਮਨ ਲਾਗੋ, ਸਾਰੰਗ ਧਰ ਸੋ ਮਿਲੈ ਜੋ ਬੜ ਭਾਗੋ। ਨਾਲ ਨਾਲ ਵਿਚਾਰ ਕਰ ਰਹੀ, ਕਹਿੰਦੀ ਕ੍ਰਿਸ਼ਨ ਜੀ ਮਹਾਰਾਜ ਤੇ ਬਲਰਾਮ, ਕਹਿੰਦੀ ਇਹਨਾਂ ਦੀ ਮਾਂ ਜਿਹੜੀ ਹੈ ਜਸੋਦਾ, ਇਹਨਾਂ ਨੂੰ ਕਹਿੰਦੀ ਜਦੋਂ ਤਿਆਰ ਕਰਕੇ ਭੇਜਦੀ ਆ ਤੇ ਬੜੇ ਸੁੰਦਰ ਭੂਖਣ ਪਾਉਂਦੀ ਹੈ, ਬੜੇ ਸੁੰਦਰ ਵਸਤਰ ਪਾਉਂਦੀ ਹੈ, ਤੇ ਬੜੇ ਸੁੰਦਰ ਗਹਿਣੇ ਪਾਉਂਦੀ ਹੈ, ਬੜੇ ਸੁੰਦਰ ਗਹਿਣੇ ਪਾਉਂਦੀ ਹੈ। ਤੇ ਕਹਿੰਦੀ ਇੱਕ ਮਣੀ ਇਹਨਾਂ ਦੇ ਗਲ ਦੇ ਵਿੱਚ ਪਾਈ ਹੋਈ ਹੁੰਦੀ ਹੈ ਜਸੋਦਾ ਨੇ। ਤੇ ਜਦੋਂ ਇਹ ਗਊਆਂ ਚਾਰਨ ਵਾਸਤੇ ਜਾਂਦੇ ਬੜੇ ਪਿਆਰ ਦੇ ਨਾਲ ਕਹਿੰਦੇ ਤਿਆਰ ਕਰਦੀ ਹੈ, ਤੇ ਕਹਿੰਦੇ ਬੜੇ ਸੁੰਦਰ ਗਹਿਣੇ ਪਾਏ ਹੁੰਦੇ ਨੇ ਤੇ ਮਣੀ ਪਾਈ ਹੁੰਦੀ। ਜਦੋਂ ਇਹ ਗਊਆਂ ਚਾਰਨ ਵਾਸਤੇ ਜਾਂਦੇ ਨੇ, ਹੁਣ ਇਹ ਚੋਰ ਸੁਣ ਰਿਹਾ, ਚੋਰ ਸੁਣ ਰਿਹਾ, ਕਹਿੰਦੇ ਇੱਥੇ ਚੋਰੀ ਕਰਨ ਦਾ ਫਾਇਦਾ ਕੀ ਆ, ਆਹ ਜੋ ਪੰਡਤ ਜੀ ਦੱਸ ਰਹੇ ਨੇ ਨਾ, ਚੋਰੀ ਤੇ ਉੱਥੇ ਕਰਾਂਗੇ ਜਾ ਕੇ, ਚੋਰੀ ਜਾ ਕੇ ਉੱਥੇ ਕਰਾਂਗੇ। ਇਹ ਪੰਡਤ ਨੂੰ ਸਮਾਪਤੀ ਕਰ ਲੈਣ ਦਿਓ, ਜਦੋਂ ਇਹ ਕਥਾ ਦੀ ਸਮਾਪਤੀ ਕਰੇਗਾ ਤੇ ਪੰਡਤ ਦੇ ਕੋਲੋਂ ਮੈਂ ਪੁੱਛ ਲਵਾਂਗਾ, ਉਹ ਨਿੱਕੇ ਨਿੱਕੇ ਬਾਲਕ ਜਿਹੜੇ ਨੇ ਸ਼ਿਆਮ ਤੇ ਬਲਰਾਮ, ਕਹਿੰਦੇ ਉਹ ਕਿੱਥੇ ਜਾਂਦੇ ਨੇ, ਮੈਂ ਇਹਨਾਂ ਨੂੰ ਪਤਾ ਪੁੱਛ ਲਵਾਂਗਾ। ਕਹਿੰਦੇ ਸਮਾਪਤੀ ਹੋਣ ਤੱਕ ਵੇਟ ਕਰਦਾ ਰਿਹਾ, ਸਤਸੰਗ ਸੁਣਦਾ ਰਿਹਾ।
ਸਤਸੰਗ ਸੁਣਨ ਦਾ ਫਾਇਦਾ ਵੀ ਕਿਤਨਾ ਪਿਆਰਿਓ। ਸਤਸੰਗ ਸੁਣਿਆ ਤੇ ਜਦੋਂ ਪੰਡਤ ਜੀ ਬਾਹਰ ਨੂੰ ਨਿਕਲੇ ਸਤਸੰਗ ਦੀ ਸਮਾਪਤੀ ਕਰਕੇ, ਕਹਿੰਦੇ ਪੰਡਤ ਜੀ ਕਿੱਧਰ ਜਾ ਰਹੇ? ਮੈਨੂੰ ਤੁਹਾਡੇ ਨਾਲ ਕੰਮ ਹੈ, ਮੈਨੂੰ ਤੁਹਾਡੇ ਨਾਲ ਕੰਮ ਹੈ। ਪੰਡਤ ਦੀ ਬਾਂਹ ਤੋਂ ਫੜ ਲਿਆ। ਪੰਡਤ ਨੇ ਸੋਚਿਆ ਮੈਂ ਗਰੀਬ ਆਦਮੀ ਹਾਂ, ਕਹਿੰਦੇ ਤੁਸੀਂ ਮੈਨੂੰ ਜਾਣਦੇ ਹੋ? ਮੈਂ ਚੋਰ ਹਾਂ। ਆਪਣਾ ਨਾਂ ਦੱਸਿਆ, ਕਹਿੰਦੇ ਮੈਂ ਚੋਰ ਹਾਂ, ਮੈਂ ਚੋਰੀਆਂ ਕਰਦਾ ਹਾਂ ਤੇ ਮੇਰੇ ਨਾਲ ਝੂਠ ਵੱਧ ਬੋਲਣਾ। ਕਹਿੰਦੇ ਪੰਡਤ ਕਹਿੰਦਾ ਮੈਂ ਤਾਂ ਗਰੀਬ ਆਦਮੀ ਹਾਂ, ਤੂੰ ਕੀ ਚਾਹੁੰਦਾ ਮੇਰੇ ਕੋਲ? ਕਹਿੰਦੇ ਤੈਨੂੰ ਬਹੁਤ ਕੁਝ ਪਤਾ ਆ, ਤੈਨੂੰ ਬਹੁਤ ਕੁਝ ਪਤਾ ਆ ਜੋ ਮੈਨੂੰ ਨਹੀਂ ਪਤਾ। ਕਹਿੰਦੇ ਤੂੰ ਗਰੀਬ ਨਹੀਂ ਆ, ਤੂੰ ਤੇ ਐਵੇਂ ਹੀ ਗਰੀਬ ਬਣਿਆ ਹੋਇਆ, ਤੈਨੂੰ ਤੇ ਬਹੁਤ ਕੁਝ ਪਤਾ। ਕਹਿੰਦੇ ਮੈਨੂੰ ਕੀ ਪਤਾ? ਕਹਿੰਦੇ ਹੁਣੇ ਤੂੰ ਕਥਾ ਦੇ ਵਿੱਚ ਜਿਹੜੀ ਗੱਲ ਕਹਿ ਰਿਹਾ ਸੀ ਨਾ ਕਿ ਮਾਂ ਯਸ਼ੋਦਾ ਕਹਿੰਦੇ ਆਪਣੇ ਪੁੱਤਰਾਂ ਨੂੰ, ਕ੍ਰਿਸ਼ਨ ਨੂੰ ਤੇ ਬਲਰਾਮ ਨੂੰ ਜਦੋਂ ਤਿਆਰ ਕਰਦੀ ਹੈ, ਬੜੇ ਸੁੰਦਰ ਵਿਭੂਖਣ ਪਾਉਂਦੀ ਹੈ, ਬੜੇ ਸੁੰਦਰ ਗਹਿਣੇ ਪਾਉਂਦੀ ਹੈ ਤੇ ਇੱਕ ਮਣੀ ਵੀ ਉਹਨਾਂ ਦੇ ਗਲ ਦੇ ਵਿੱਚ ਪਾ ਦਿੰਦੀ ਹੈ ਤੇ ਉਹ ਫਿਰ ਪਾ ਕਰਕੇ ਵਸਤਰ ਸੁੰਦਰ ਤੇ ਗਊਆਂ ਨੂੰ ਚਾਰਨ ਜਾਂਦੇ ਨੇ ਬਿੰਦਰਾਵਨ ਦੇ ਵਿੱਚ। ਬਿੰਦਰਾਵਨ ਮਨ ਹਰਨ ਮਰੋਹਰ ਕ੍ਰਿਸ਼ਨ ਚਰਾਵਤ ਗਾਉਰੇ। ਕਹਿੰਦੇ ਉੱਥੇ ਗਊਆਂ ਨੂੰ ਚਰਾਉਣ ਜਾਂਦੇ ਨੇ ਭਗਤ ਕਬੀਰ ਜੀਆਂ ਦੇ ਪਾਵਨ ਪਵਿੱਤਰ ਬਚਨ। ਕਹਿੰਦੇ ਉਹਨਾਂ ਦਾ ਮੈਨੂੰ ਐਡਰੈਸ ਦੱਸੋ, ਉਹਨਾਂ ਦਾ ਮੈਨੂੰ ਥਾਂ ਟਿਕਾਣਾ ਦੱਸੋ। ਕਹਿੰਦੀ ਉਹਦੀ ਬਿੰਦਰਾਵਨ ਦੇ ਵਿੱਚ ਨਹੀਂ। ਪੰਡਤ ਦੇ ਕੋਈ ਸਾਹ ਦੇ ਵਿੱਚ ਸਾਹ ਆਇਆ। ਕਹਿੰਦੇ ਲੱਗਦਾ ਕੋਈ ਮੂਰਖ ਚੋਰ ਹੈ, ਇਸ ਨੂੰ ਪਤਾ ਨਹੀਂ ਕਿਵੇਂ ਕਹਿੰਦੇ ਕ੍ਰਿਸ਼ਨ ਨੂੰ ਮਿਲ ਲਵੇਗਾ, ਕਿਵੇਂ ਕਿ ਬਲਰਾਮ ਨੂੰ ਮਿਲ ਲਵੇਗਾ। ਕਹਿੰਦੇ ਉਹਦੀ ਬਿੰਦਰਾਵਨ ਦੇ ਵਿੱਚ ਹੈ। ਕਹਿੰਦੇ ਉਹਨਾਂ ਦੇ ਕੋਲ ਮਣੀ ਹੈ? ਕਹਿੰਦੇ ਹਾਂ ਉਹਨਾਂ ਦੇ ਕੋਲ ਮਣੀ ਹੁੰਦੀ ਹੈ। ਕਹਿੰਦੇ ਉਹਨਾਂ ਦੇ ਬੜੇ ਸੁੰਦਰ ਵਿਭੂਖਣ ਨੇ? ਕਹਿੰਦੇ ਹਾਂ ਬੜੇ ਸੁੰਦਰ ਵਿਭੂਖਣ ਨੇ। ਕਹਿੰਦੇ ਉਹਨਾਂ ਨੇ ਗਹਿਣੇ ਪਾਏ ਹੁੰਦੇ ਨੇ? ਕਹਿੰਦੇ ਹਾਂ ਬੜੇ ਸੁੰਦਰ ਗਹਿਣੇ ਪਾਏ ਹੁੰਦੇ ਨੇ। ਕਹਿੰਦੇ ਫਿਰ ਤੁਸੀਂ ਛੱਡੋ ਮੈਨੂੰ, ਤੁਸੀਂ ਪਤਾ ਦੱਸੋ। ਕਹਿੰਦੇ ਬਿੰਦਰਾਵਨ ਦੇ ਜੰਗਲ ਵਿੱਚ ਚਲਿਆ ਜਾਓ, ਉੱਥੇ ਇੱਕ ਰੁੱਖ ਹੈ, ਉਹਨਾਂ ਦੇ ਕੋਲ ਬਾਂਸੁਰੀ ਵਜਾਉਂਦੇ ਆਉਂਦੇ ਨੇ। ਜੋ ਕਹਿੰਦੇ ਮੈਂ ਪੜ੍ਹਿਆ ਉਸ ਤਰ੍ਹਾਂ ਤੈਨੂੰ ਮੈਂ ਦੱਸ ਰਿਹਾ। ਇਹ ਚੋਰ ਜਿਹੜਾ ਸੀ ਇਹ ਭੱਜਾ ਜਾ ਰਿਹਾ, ਪਿਆਰੂ ਭੱਜਾ ਚਲਿਆ ਜਾ ਰਿਹਾ, ਭੱਜਾ ਚਲਿਆ ਜਾ ਰਿਹਾ। ਭੁੱਖ ਵੀ ਲੱਗੀ ਹੋਈ ਆ, ਤ੍ਰੇਹ ਵੀ ਲੱਗੀ ਹੋਈ ਆ ਤੇ ਨਾਲ ਯਾਦ ਕਰੀ ਜਾ ਰਿਹਾ, ਕਿਉਂਕਿ ਪੰਡਤ ਨੇ ਦੱਸਿਆ ਸੀ। ਪੰਡਤ ਨੂੰ ਕਹਿੰਦਾ ਮੈਂ ਕੀ ਨਾਂ ਲਵਾਂਗਾ ਉੱਥੇ ਜਾ ਕੇ? ਕਹਿੰਦੇ ਕ੍ਰਿਸ਼ਨ, ਬਲਰਾਮ, ਕਹਿੰਦੇ ਸ਼ਿਆਮ, ਬਲਰਾਮ। ਕਹਿੰਦੇ ਨਹੀਂ ਤੂੰ ਭੁੱਲ ਜਾਵੇਂਗਾ, ਬਲਰਾਮ ਨਹੀਂ ਬਲਰਾਮ, ਕ੍ਰਿਸ਼ਨ ਬਲਰਾਮ। ਕਹਿੰਦਾ ਇਹ ਤੇ ਮੈਨੂੰ ਯਾਦ ਨਹੀਂ, ਮੈਨੂੰ ਸੌਖਾ ਜਿਹਾ ਨਾਮ ਦੱਸ, ਮੈਨੂੰ ਸੌਖਾ ਜਿਹਾ ਨਾਮ ਦੱਸ। ਕਹਿੰਦਾ ਸ਼ਿਆਮ ਬਲਰਾਮ, ਸ਼ਿਆਮ ਬਲਰਾਮ। ਕਹਿੰਦੇ ਸ਼ਿਆਮ ਤੇ ਬਲਰਾਮ ਨੇ, ਤੂੰ ਉਹਨਾਂ ਨੂੰ ਯਾਦ ਕਰਦਾ ਕਰਦਾ ਕਹਿੰਦੇ ਪਹੁੰਚ ਜਾ। ਹੁਣ